ਦੁਆਰਾ ਕਹਿ ਰਹੇ ਆ ਵੀ ਤੁਹਾਨੂੰ 30 ਤਰੀਕ ਨੂੰ ਰਿਲੀਵ ਕੀਤਾ ਜਾ ਰਿਹਾ। ਸਰਕਾਰ ਦੇ ਦੁੱਖ ਦੇ ਟਾਈਮ ਵਿੱਚ ਅਸੀਂ ਸਾਥ ਦਿੱਤਾ, ਅੱਜ ਸਰਕਾਰ ਵੀ ਸਾਡਾ ਸਾਥ। ਸਾਨੂੰ ਹੁਣ ਕਹਿ ਦਿੱਤਾ, ਪੰਜਾਬ ਸਰਕਾਰ ਨੇ ਚਿੱਠੀ ਕੱਢਤੀ ਹੈ ਕਿ ਤੁਹਾਨੂੰ ਹੁਣ ਅਸੀਂ 30 ਤਰੀਕ ਨੂੰ ਇੱਥੋਂ ਵੀ ਤੋਰਨ ਲੱਗੇ। ਇਹ ਸਾਡੀ ਹਾਲਤ ਹੁੰਦੀ ਸੀ, ਸਾਡੇ ਮੂੰਹ ਤੇ 3-3 ਮਾਸਕ, ਸਾਡੀਆਂ ਅੱਖਾਂ ਵੀ ਬੰਦ ਹੁੰਦੀਆਂ ਸੀ, ਧੂਆਂ ਆ ਜਾਂਦਾ ਸੀ ਪਸੀਨੇ ਨਾਲ, ਮੂਹਰੇ ਸਾਨੂੰ ਦਿਖਦਾ ਨਹੀਂ ਸੀ, ਪੈਰ ਵੀ ਬੰਦ ਹੁੰਦੇ ਸੀ, ਪਾਣੀ ਆਏ ਨੁੱਚੜਦਾ ਸੀ ਜਿਵੇਂ ਬਾਲਟੀਆਂ ਭਰ ਕੇ। ਸਾਨੂੰ ਸਾਡਾ ਕਸੂਰ ਦੱਸ ਦਿਓ, ਸਾਡਾ ਕਸੂਰ ਦੱਸ ਦਿਓ, ਸਾਨੂੰ ਸਾਡਾ ਕਸੂਰ ਦੱਸ ਦਿਓ। ਇਸ ਸਵਾਲ ਦਾ ਜਵਾਬ ਦੇ ਦੇਣ ਕਿ ਕਰੋਨਾ ਮਹਾਮਾਰੀ ਜੇਕਰ ਸੀ, ਇਹਨਾਂ ਨੇ ਕਿਹਾ ਸੀ ਵੀ ਕਰੋਨਾ ਯੋਧਿਆਂ ਨੂੰ ਪਹਿਲ ਦਿੱਤੀ ਜਾਏਗੀ, ਕਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਜਾਏਗਾ। ਕਿ ਇਹੀ ਸਨਮਾਨ ਸੀ ਸਾਡਾ, ਕਿ ਇਹੀ ਸਨਮਾਨ ਸੀ ਸਾਡਾ, ਕਿ ਇਹੀ ਸਨਮਾਨ ਸੀ ਸਾਡਾ, ਕਿ ਇਹੀ ਸਨਮਾਨ ਸੀ ਸਾਡਾ। ਅਸੀਂ ਨਹੀਂ ਮੰਨਦੇ ਵੀ ਕਰੋਨਾ ਆਇਆ ਸੀ, ਕਰੋਨਾ ਮਹਾਮਾਰੀ ਆਈ ਸੀ, ਕਿਉਂਕਿ ਹਜੇ ਤੱਕ ਜੇ ਦੇਖਿਆ ਜਾਵੇ ਕਰੋਨਾ ਖਤਮ ਨਹੀਂ ਅਸੀਂ ਹੋਇਆ। 33 ਕਰਮਚਾਰੀਆਂ ਉੱਥੇ ਵਿੱਚ GDA ਵਿੱਚ ਵਾਰਡ ਅਟੈਂਡੈਂਟ ਵਿੱਚ ਨਰਸਿੰਗ ਸਟਾਫ ਹੈਗੇ ਆ ਸਾਡੇ, ਜਦ ਕਿ ਇਹਨਾਂ ਨੇ ਡਾਕਟਰ ਵੀ ਕਈ ਰੱਖੇ ਸੀ ਕੋਵਿਡ ਦੇ ਅੰਡਰ, ਪਰ ਉਹਨਾਂ ਨੂੰ ਪੱਕੇ ਤੌਰ ਤੇ ਰੱਖਿਆ ਗਿਆ। ਜੇਕਰ ਡਾਕਟਰ ਪੱਕੇ ਤੌਰ ਤੇ ਰੱਖੇ ਜਾ ਸਕਦੇ ਤੇ ਸਟਾਫ ਨਰਸਿਸ GDA ਵਾਰਡ ਅਟੈਂਡੈਂਟ ਕਿਉਂ ਨਹੀਂ ਰੱਖੇ? ਪੰਜਾਬ ਸਰਕਾਰ ਦੋਨਾਂ ਦੀ ਮਿਲੀ ਭੁਗਤ ਹੈ, ਠੀਕ ਹੈ। ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ VC ਪੰਜਾਬ ਸਰਕਾਰ ਤੋਂ ਬਾਹਰ ਹੈ, ਦੋਨੋਂ ਇਕੱਠੇ ਹੀ ਹੈ। ਇਹ ਬਸ ਸਾਨੂੰ ਇੱਕ ਬੁੱਧੂ ਬਣਾਇਆ ਜਾਂਦਾ ਆਮ ਜਨਤਾ ਨੂੰ ਕਿ VC ਅਲੱਗ ਹੈਗਾ ਤੇ ਪੰਜਾਬ ਸਰਕਾਰ ਨੂੰ ਇੱਕ ਬੁੱਧੂ ਬਣਾਇਆ ਜਾਂਦਾ ਆਮ ਜਨਤਾ ਨੂੰ ਕਿ VC ਅਲੱਗ ਹੈਗਾ ਤੇ ਪੰਜਾਬ ਸਰਕਾਰ ਅਲੱਗ। ਇੱਕ ਬੁੱਧੂ ਬਣਾਇਆ ਜਾਂਦਾ ਆਮ ਜਨਤਾ ਨੂੰ ਕਿ VC ਅਲੱਗ ਹੈਗਾ ਤੇ ਪੰਜਾਬ ਸਰਕਾਰ ਅਲੱਗ। ਅਕਾਲੀਆਂ ਦੇ ਬੰਟੀ ਰਮਾਨਾ ਜੀ ਪਹੁੰਚੇ ਹੈਗੇ ਆ ਤੇ ਪਰ ਜੇ ਅਸੀਂ ਆਖੀ ਕਿ ਸਾਡੇ ਫਰੀਦਕੋਟ ਦੇ ਕੋਈ MLA ਵਗੈਰਾ ਜਾਂ ਲਾਈਕ ਅੱਜ ਕਾਂਗਰਸ ਪਾਰਟੀ ਦਾ ਕੋਈ ਸਾਡੇ ਕੋਲ ਉਮੀਦਵਾਰ ਨਹੀਂ ਪਹੁੰਚਿਆ। MLA ਵਗੈਰਾ ਜਾਂ ਲਾਈਕ ਅੱਜ ਕਾਂਗਰਸ ਪਾਰਟੀ ਦਾ ਕੋਈ ਸਾਡੇ ਕੋਲ ਉਮੀਦਵਾਰ ਨਹੀਂ, MLA ਵਗੈਰਾ ਜਾਂ ਲਾਈਕ ਅੱਜ ਕਾਂਗਰਸ ਪਾਰਟੀ ਦਾ ਕੋਈ ਸਾਡੇ ਕੋਲ ਉਮੀਦਵਾਰ ਨਹੀਂ ਪਹੁੰਚਿਆ। ਬੱਚਿਆਂ ਨੇ ਉਹਨਾਂ ਖਤਰਨਾਕ ਹਾਲਾਤਾਂ 'ਚ ਡਿਊਟੀਆਂ ਦਿੱਤੀਆਂ। ਅੱਜ ਇਹ ਸਰਕਾਰ ਨੇ, ਇਸ ਨਿਕੰਮੀ ਸਰਕਾਰ ਨੇ ਇਹਨਾਂ ਨੂੰ ਨੋਟਿਸ ਦਿੱਤੇ ਆ ਵੀ ਇੰਨਾ ਸਮਾਂ 200 ਡਿਊਟੀਆਂ ਲੈ ਲਈਆਂ, ਹੁਣ ਤੁਸੀਂ ਘਰਾਂ ਨੂੰ ਜਾਓ। ਔਰ ਇਹ ਬਹੁਤ ਹੀ ਮਾਰੂ ਤੇ ਘਟੀਆ ਗੱਲ ਆ, ਕਿਉਂਕਿ ਅੱਜ ਜਿਹੜੇ ਹਾਲਾਤ ਆ, ਜਿਹੜਾ ਕਾਰਪੋਰੇਟ ਸੈਕਟਰ ਆ,
ਉਹ ਪਾਸੇ ਜਿੰਦਾਬਾਦ 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 ਕਰੋਨਾ ਯੋਧੇ ਜਿੰਦਾਬਾਦ 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 ਕਰੋਨਾ ਯੋਧਿਆਂ ਨੂੰ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕਰੋਨਾ ਯੋਧਿਆਂ ਨੂੰ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਕਰੋਨਾ ਯੋਧੇ ਜਿੰਦਾਬਾਦ 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 ਮੈਡੀਕਲ ਪ੍ਰਸ਼ਾਸਨ ਮੁਰਦਾਬਾਦ 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 ਤਾਂ ਜੋ ਸੁੱਤੇ ਹੀ ਸਰਕਾਰ ਨੂੰ ਜਗਾਇਆ ਜਾ ਸਕੇ। ਅੱਜ ਅਸੀਂ ਇੱਥੇ ਭੀਖ ਮੰਗਣ ਨਹੀਂ ਆਏ ਹੈਗੇ, ਅਸੀਂ ਆਪਣਾ ਹੱਕ ਮੰਗਣ ਆਏ ਹਾਂ। ਉਹ ਟਾਈਮ ਯਾਦ ਕਰਨ ਸਰਕਾਰਾਂ ਜਿਨ੍ਹਾਂ ਟਾਈਮਾਂ ਦੇ ਵਿੱਚ ਭੈਣ ਭੈਣ ਦੀ ਨਹੀਂ ਸੀ, ਭਰਾ ਭਰਾ ਦਾ ਨਹੀਂ ਸੀ, ਮਾਂ ਪਿਓ ਦੇ ਬੱਚੇ ਨਹੀਂ ਸੀ ਤੇ ਬੱਚਿਆਂ ਦਾ ਮਾਂ ਪਿਓ ਨਹੀਂ ਸੀ। ਉਹਨਾਂ ਟਾਈਮਾਂ ਦੇ ਵਿੱਚ ਅਸੀਂ ਅੱਗੇ ਆ ਗਏ ਹਾਂ। ਸਾਨੂੰ ਸਾਰਿਆਂ ਨੂੰ ਯਾਦ ਹੋਣਾ ਆਪਾਂ ਉਹ ਟਾਈਮ ਦੇਖਿਆ ਜਦੋਂ ਪੇਰੈਂਟਸ ਇੱਥੇ ਰੋਂਦੇ ਹੁੰਦੇ ਸੀਗੇ। ਸਾਰੀਆਂ ਮੇਰੀਆਂ ਭੈਣਾਂ ਭਰਾਵਾਂ ਨੇ ਉਹ ਟਾਈਮ ਦੇਖਿਆ ਹੈਗਾ। ਮੂੰਹ 'ਚ ਬੁਰਕੀ ਪਾਉਣ ਲਈ ਨਹੀਂ ਸੀ ਕੋਈ ਉੱਥੇ ਆਉਂਦਾ। ਜਦੋਂ ਕੋਈ ਵੀਆਈਪੀ ਪੇਸ਼ੈਂਟ ਆਉਂਦਾ ਸੀ ਆਪਾਂ ਨੂੰ ਸਰਕਾਰਾਂ ਦਾ ਦਬਾਅ ਪੈਂਦਾ ਸੀਗਾ ਵੀ 3 ਸਟਾਫ ਚਾਹੀਦੇ ਆ, 2 ਸਟਾਫ ਚਾਹੀਦੇ ਆ। ਚਲੋ ਵੱਖਰੀ ਗੱਲ ਆ ਕਿ ਸਰਕਾਰ ਭੁੱਲ ਗਈ ਹੈਗੀ ਆ, ਕੋਈ ਸਰਕਾਰਾਂ ਨੂੰ ਸੁਣਦਾ ਨਹੀਂ ਹੈਗਾ। ਇਸ ਲਈ ਅਸੀਂ ਉਹਨਾਂ ਦਾ ਕੋਈ ਮੈਡੀਕਲ ਟ੍ਰੀਟਮੈਂਟ ਤਾਂ ਨਹੀਂ ਕਰ ਸਕਦੇ ਹੈਗੇ ਵੀ ਉਹਨਾਂ ਨੂੰ ਸੁਣ ਲਾ ਦਈਏ, ਪਰ ਅਸੀਂ ਆਪਣੇ ਤਰੀਕੇ ਨਾਲ ਉਹਨਾਂ ਨੂੰ ਅੱਖਾਂ ਸਾਹਮਣੇ ਦਿਖਾ ਸਕਦੇ ਹਾਂ ਕਿ ਉਹਨਾਂ ਨੂੰ ਦੇਖ ਸਕੇ ਕਿ ਕੀ ਹੋ ਰਿਹਾ ਹੈ। ਕਰੋਨਾ ਯੋਧੇ ਅੱਜ ਆਪਣਾ ਹੱਕ ਮੰਗਣ ਆਇਆ। ਅਦਰ ਸਟੇਟਸ ਵਿੱਚ ਤੁਸੀਂ ਦੇਖਿਆ ਹੋਊਗਾ ਫੁੱਲਾਂ ਦੀ ਵਰਖਾ ਹੋਈ ਆ, ਸਨਮਾਨਿਤ ਹੋਇਆ। ਸਾਨੂੰ ਪੰਜਾਬ ਸਰਕਾਰ ਨੇ ਸਨਮਾਨਿਤ ਤਾਂ ਕੀ ਕਰਨਾ ਸੀਗਾ, ਇੱਕ ਦੰਦਾ ਸੀ ਗੁਲਾਬ ਦਾ ਫੁੱਲ ਤੱਕ ਤਾਂ ਕੀ ਦੇਣਾ ਸੀ ਸਾਨੂੰ। ਐਡਾ ਵੱਡਾ ਸਿੱਧਾ ਤੋਹਫਾ ਹੀ ਦੇ ਦੇਣਾ ਕਿ ਘਰਾਂ ਨੂੰ ਚਲੇ ਜਾਓ, ਤੁਸੀਂ ਬਹੁਤ ਸੇਵਾ ਕਰ ਲਈ ਆ। ਅਸੀਂ ਸਰਕਾਰ ਨੂੰ ਦੱਸਣ ਲੱਗੇ ਹਾਂ ਕਿ ਜਿਹੜਾ ਤੁਸੀਂ ਸਾਨੂੰ ਗਿਫਟ ਦਿੱਤਾ ਹੈਗਾ ਅਸੀਂ ਤੁਹਾਨੂੰ ਰਿਟਰਨ ਕਰਨ ਲੱਗੇ ਹੈਗੇ ਆ। ਅਸੀਂ ਆਪਣੇ ਹੱਕਾਂ ਦੇ ਲਈ ਅੱਗੇ ਆ ਗਏ। ਸਰਕਾਰਾਂ ਇਹ ਨਾ ਸਮਝਣ ਕਿ ਕਰੋਨਾ ਯੋਧੇ ਜਿਵੇਂ ਅੱਗੇ ਲੈਟਰ ਕੱਢਦੀ ਤੇ ਘਰਾਂ ਨੂੰ ਬੈਠ ਜਾਂਦੇ ਸੀ, ਘਰਾਂ ਨੂੰ ਬੈਠਣ ਵਾਲੇ ਨਹੀਂ ਹੈਗੇ ਕਿ ਟਿਕਟ ਪਾ ਕੇ ਆਪਣੀ ਖੜੇ ਇਹਨਾਂ ਕੱਪੜਿਆਂ ਜਾਨ ਨਿਕਲੀ ਜਾਂਦੀ ਹੈ। ਤਾਂ ਤੁਸੀਂ ਉਹ ਸੇਵਾ ਕੀਤੀ ਆ ਮਨੁੱਖ ਜਾਤੀ ਦੀ, ਕਾਹਦੇ ਖਾਤਰ? ਆਪਦੇ ਰੁਜ਼ਗਾਰ ਤੇ ਆਪਦੇ ਬੱਚੇ ਪਾਲਣ ਖਾਤਰ। ਸਾਰੇ ਪੰਜਾਬ ਦਾ ਉਹਨਾਂ ਕੜੀ ਲਿਖੀ ਹੈ ਵੀਰੇ, ਥੋੜਾ ਜਿਹਾ ਖੁੱਲ ਜਾਓ ਯਾਰ ਵੀਰੇ, ਖੁੱਲ ਜਾਓ ਥੋੜਾ ਜਿਹਾ। ਸਰ ਤੁਸੀਂ ਸਾਡੇ ਏਰੀਆ 'ਚ ਬੈਠੇ ਹੋ, ਸਾਡੇ ਪ੍ਰੈਜ਼ੀਡੈਂਟ ਡੀਸੀ ਸਾਹਿਬ, ਸਾਡੀ ਬੇਨਤੀ ਹੈ ਜੀ, ਪੁਰਜੋਸ਼ ਸਿਫਾਰਿਸ਼ ਨਾਲ ਭੇਜੋ ਪੰਜਾਬ ਸਰਕਾਰ ਨੂੰ ਜੀ। ਇਹ ਬੱਚਿਆਂ ਦਾ ਰੁਜ਼ਗਾਰ ਖੋਇਆ ਗਿਆ। ਅੰਦਰ ਹਸਪੀਟਲ ਦੀ ਹਾਲਤ ਡੀਸੀ ਸਾਹਿਬ ਬਹੁਤ ਬੁਰੀ ਹਾਲਤ ਹੋਈ ਪਈ ਹੈ। ਡੀਸੀ ਸਾਹਿਬ ਹਸਪੀਟਲ ਦਾ ਤੁਸੀਂ ਦੌਰਾ ਕਰਕੇ ਵੇਖੋ, ਹਾਲਤ ਬਹੁਤ ਬੁਰੀ ਹੋ ਗਈ ਕਿਉਂਕਿ ਸਾਰਾ ਕੰਮ ਇਹ ਸੰਭਾਲੀ ਬੈਠੇ ਸੀ ਬੱਚੇ। ਇਹ ਟੋਟਲ ਪ੍ਰਾਈਸ ਕਿੰਨੇ ਹੈ? 850 ਬੰਦਾ ਸਾਰੇ ਪੰਜਾਬ ਦੇ ਸਾਰੇ ਪੰਜਾਬ ਦਾ। ਮੈਂ ਕਿਵੇਂ ਠੇਕਾ ਲਿਆ? ਮੈਂ ਤਾਂ ਪੰਜਾਬ ਆਪਣੇ ਦੇ 230 ਜਾਣੇ ਲੇਕਿਨ ਇਹ ਸਭ ਪ੍ਰਾਈਸ ਨਹੀਂ ਹੈਗੀ। 10 ਦਿਨ ਤੋਂ ਹਟ ਜੇ ਹੁੰਦਾ। ਮੈਂ ਅੱਜ ਵੀ ਗੱਲ ਕਰੂੰਗਾ ਪਰ ਤੁਸੀਂ ਆਪਦੇ ਲੈਵਲ ਤੇ ਸਾਰੇ ਜਗ੍ਹਾ ਰਾਜੀ ਭੇਟ ਬਹੁਤ ਬਹੁਤ ਕਿਰਪਾ ਹੋਊਗੀ ਕਿ ਤੁਸੀਂ ਸਾਡੀ ਇਹ ਗੱਲ ਪਹੁੰਚਾਈ ਜਾਵੇ। ਇੱਕ ਵਾਰ ਹਸਪੀਟਲ ਵਿਜ਼ਿਟ ਕਰਕੇ ਬਹੁਤ ਬੁਰੀ ਹਾਲਤ ਹੈ ਕਿਉਂਕਿ ਇਹਨਾਂ ਨੂੰ ਜਦੋਂ ਸਾਡੀ ਸਿਕਿਉਰਿਟੀ ਜੌਬ ਖਤਮ ਹੋਏ, ਜੌਬ ਨਹੀਂ ਕਰੀ
ਛੋਟੇ ਛੋਟੇ ਬੱਚਿਆਂ ਨੇ ਕਿੱਟ ਪਾ ਕੇ ਦਿਖਾਈ ਆ ਜੀ ਅੱਜ ਵੀ 5-5 ਘੰਟੇ ਲਗਾਤਾਰ ਸਫਾਈ। ਜਿਨ੍ਹਾਂ ਦਿਨਾਂ ਦੇ ਵਿੱਚ ਸਰ ਕੋਈ ਵੀ ਮਤਲਬ ਆਪਾਂ ਦੇਖਦੇ ਹੀ ਆ ਵੀ ਕੋਈ ਬੱਚਾ ਵੀ ਨਹੀਂ ਚਾਹੁੰਦਾ ਸੀ, ਡੈਡ ਬੋਡੀ ਵੀ ਡਾਕਟਰ ਨਹੀਂ ਕਰਦੇ ਸੀ। ਉਹਨਾਂ ਦਿਨਾਂ 'ਚ ਉਹਨਾਂ ਨੇ ਬਹੁਤ ਸੰਸਕਾਰ ਵਗੈਰਾ ਕੀਤੇ ਨੇ, ਉਹਨਾਂ ਦਿਨਾਂ 'ਚ ਕੋਈ ਟੱਚ ਹੀ ਨਹੀਂ ਕਰਦਾ ਸੀ, ਮਤਲਬ ਮਾਂ ਪੁੱਤ ਨਹੀਂ ਚਾਹੁੰਦੀਆਂ ਸੀ, ਪੁੱਤ ਮਾਂ ਨਹੀਂ ਸੀ। ਮੈਂ ਤੁਹਾਡੀ ਵੀ ਉਹ ਚੀਜ਼ ਹੈ ਮਾਣ ਹੈ ਨਾ, ਜੀ, ਅੱਜ ਇਹਨਾਂ ਨੂੰ ਇਦਾਂ ਕਰਕੇ ਕਰਦੇ ਪੂਰਾ ਨੇ। ਜ਼ੋਰ ਲਾਉਂ ਜਾਂਦੇ ਜਾਂਦੇ ਗੱਲ ਕਰੂੰਗਾ। ਸਰ ਅੱਜ ਕੱਲ੍ਹ ਸਾਡੇ ਵੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਸੀ, ਉਹਨਾਂ ਨੇ ਸਾਡਾ ਮੰਗ ਪੱਤਰ ਮੈਂ ਚਲਾ ਕੇ ਮੈਂ ਕਰੂੰਗਾ। ਆਪਣਾ ਮੰਗ ਪੱਤਰ ਲੈ ਕੇ ਆਏ ਆ, ਕੀ ਕਹਿਣਾ ਚਾਹੁੰਦੇ? ਮੇਰੇ ਕੋਲੇ ਅੱਜ ਪੰਜਾਬ ਸਰਕਾਰ ਦੇ ਜਿਹੜੇ ਪੰਜਾਬ ਸਰਕਾਰ ਦੀ ਇੱਕ ਨੋਟੀਫਿਕੇਸ਼ਨ ਜਾਰੀ ਹੋਈ ਸੀਗੀ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਡਿਪਾਰਟਮੈਂਟ ਦੇ, ਜੋ ਉਹਨਾਂ ਵੱਲੋਂ ਆਈ ਸੀਗੀ ਕਿ ਕੋਵਿਡ ਐਮਰਜੈਂਸੀ ਨੂੰ ਮੁੱਖ ਰੱਖਦੇ ਹੋਏ ਭਰਤੀ ਕੀਤੇ ਵੱਖ-ਵੱਖ ਕੈਟਾਗਰੀ ਦੇ ਸਟਾਫ ਦੀਆਂ ਸੇਵਾਵਾਂ ਸੰਬੰਧੀ। ਤਾਂ ਇਹ ਜਿਹੜੇ ਆਊਟਸੋਰਸ ਤੇ ਕਰਮਚਾਰੀ ਰੱਖੇ ਗਏ ਸੀਗੇ ਉਹਨਾਂ ਨੂੰ ਮੇਰੇ ਖਿਆਲ 30/9 ਤੱਕ ਰਿਲੀਵ ਕੀਤਾ ਜਾਣਾ ਹੈ। ਇਹ ਮੇਰੇ ਕੋਲ ਅੱਜ ਪੇਸ਼ ਹੋਏ ਆ। ਮੈਂ ਜਿਹੜੇ ਮੈਡੀਕਲ ਐਜੂਕੇਸ਼ਨ ਦੇ ਮਿਨਿਸਟਰ ਹੈ, ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਹੈ ਜਿਵੇਂ, ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਹੈ, ਉਹਨਾਂ ਨੂੰ ਅੱਜ ਹੀ ਇਹਨਾਂ ਦੀ ਲੈਟਰ ਭੇਜ ਦੇਣਾ ਔਰ ਨਾਲ ਪਰਸਨਲੀ ਟੈਲੀਫੋਨ ਤੇ ਰਿਕੁਐਸਟ ਵੀ ਕਰੂੰਗਾ ਕਿ ਇਹਨਾਂ ਦੇ ਜਿਹੜੇ ਫੈਸਲਾ ਲਿਆ ਗਿਆ ਹੈ ਇਹਨਾਂ ਤੇ ਮੁੜ ਵਿਚਾਰ ਕੀਤਾ ਜਾਵੇ ਔਰ ਸਟਰੋਂਗਲੀ ਰਿਕਮੈਂਡ ਕਰਾਂਗੇ। ਬੜੀ ਵੱਡੀ ਗੱਲ ਹੈ ਸਰ, ਵਿੱਚ ਇਹ ਸਾਹਮਣੇ ਆਇਆ ਕਿ ਪ੍ਰੈਗਨੈਂਟ ਔਰਤਾਂ ਉਸ ਵਕਤ ਜਿਹੜੀਆਂ ਸਰਕਾਰ ਦੇ ਨਾਲ ਉਹ ਦੇਖੋ ਜੋ ਸਰਕਾਰ ਦਾ ਲੈਵਲ ਦਾ ਫੈਸਲਾ ਹੁੰਦਾ ਹੈ, ਕਿਉਂਕਿ ਪੰਜਾਬ ਸਰਕਾਰ ਵੱਲੋਂ ਲਿਆ ਜਾਂਦਾ ਹੈ, ਬਟ ਫਿਰ ਵੀ ਸਾਡੀ ਇਹਨਾਂ ਨਾਲ ਹਮਦਰਦੀ ਹੈ। ਮੈਂ ਆਪਣੇ ਤੌਰ ਤੇ ਪੂਰੀ ਕੋਸ਼ਿਸ਼ ਕਰੂੰਗਾ ਇਹਨਾਂ ਸਾਰਿਆਂ ਦੀ ਜੋ ਡਿਮਾਂਡ ਹੈ ਉਹਨੂੰ ਸਹੀ ਤਰੀਕੇ ਨਾਲ ਉੱਚ ਅਧਿਕਾਰੀਆਂ ਕੋਲ ਪ੍ਰੈਜ਼ੈਂਟ ਕੀਤਾ ਜਾ ਸਕੇ। ਥੈਂਕ ਯੂ। ਮੇਰਾ ਨਾਮ ਖੁਸ਼ਮਿੰਦਰ ਕੌਰ ਹੈ, ਮੈਂ ਇੱਥੇ ਵਾਰਡ ਅਟੈਂਡੈਂਟ ਹੈ। ਕੋਵਿਡ ਵਿੱਚ ਸਾਨੂੰ ਰੱਖਿਆ ਗਿਆ ਸੀਗਾ, ਯਾਨੀ ਕਿ ਸਾਨੂੰ 1 ਸਾਲ ਤੇ ਕੁਝ 2-3 ਮੰਥ ਹੋ ਗਏ ਆ ਸਾਨੂੰ ਇੱਥੇ ਲੱਗਿਆ ਨੂੰ। ਹੁਣ ਸਾਨੂੰ 30 ਤਰੀਕ ਨੂੰ ਰਿਲੀਵ ਕਰਨ ਦਾ ਕਹਿ ਰਹੇ ਆ ਵੀ ਤੁਹਾਨੂੰ 30 ਤਰੀਕ ਨੂੰ ਰਿਲੀਵ ਕੀਤਾ ਜਾ ਰਿਹਾ ਹੈਗਾ ਗਾ। ਮੈਂ ਸਰਕਾਰ ਅੱਗੇ ਇਹੀ ਮੰਗ ਕਰਦੀ ਹਾਂ, ਸੀਐਮ ਚਰਨਜੀਤ ਚੰਨੀ ਅੱਗੇ ਇਹੀ ਮੰਗ ਕਰਦੀ ਹਾਂ ਮੈਂ ਵੀ ਸਾਨੂੰ ਦੁਬਾਰਾ ਨੌਕਰੀ ਤੇ ਬੁਲਾਇਆ ਜਾਵੇ ਤੇ ਸਾਨੂੰ ਪੱਕੇ ਕੀਤਾ ਜਾਵੇ। ਸਾਡੀ ਹੋਰ ਕੋਈ ਮੰਗ ਨਹੀਂ ਹੈਗੀ ਕਿ ਅਸੀਂ ਇੰਨੇ ਸਰਕਾਰ ਦੇ ਦੁੱਖ ਦੇ ਟਾਈਮ ਵਿੱਚ ਅਸੀਂ ਸਾਥ ਦਿੱਤਾ, ਅੱਜ ਸਰਕਾਰ ਵੀ ਸਾਡਾ ਸਾਥ ਦੇਵੇ। ਕਿੰਨਾ ਟਾਈਮ ਤੁਸੀਂ ਕੰਮ ਕੀਤਾ ਜੀ? ਸਾਨੂੰ 1.25 ਸਾਲ ਹੋ ਗਿਆ ਸਰ, 1 ਸਾਲ ਤੇ 3 ਮਹੀਨੇ ਹੋ ਚੁੱਕੇ ਆ। ਹੁਣ ਤੁਹਾਨੂੰ ਸਰਕਾਰ ਨੇ ਕੀ ਕਿਹਾ ਕਿ ਤੁਹਾਨੂੰ ਸਾਨੂੰ ਸਰਕਾਰ ਨੇ ਐਪਲੀਕੇਸ਼ਨ ਕੱਢੀ ਹੈ ਵੀ ਤੁਹਾਨੂੰ 30 ਤਰੀਕ ਨੂੰ ਰਿਲੀਵ ਕੀਤਾ ਜਾ ਰਿਹਾ ਹੈ। ਸਾਡੀ ਸਰਕਾਰ ਅੱਗੇ ਇਹੀ ਰਿਕੁਐਸਟ ਹੈ, ਮੇਰੀ ਸੀਐਮ ਅੱਗੇ ਇਹੀ ਰਿਕੁਐਸਟ ਹੈ ਵੀ ਸਾਨੂੰ ਵਾਪਸ ਨੌਕਰੀ ਤੇ ਬੁਲਾਇਆ ਜਾਵੇ ਤੇ ਸਾਨੂੰ ਪੱਕੇ ਕੀਤਾ ਜਾਵੇ। ਜਦੋਂ ਅਸੀਂ ਇੰਨੇ ਔਖੇ ਟਾਈਮ 'ਚ ਉਹਨਾਂ ਦਾ ਸਾਥ ਦਿੱਤਾ ਤੇ ਸਾਡੇ ਨਾਲ ਵੀ ਉਹਨਾਂ ਨੂੰ ਖੜਨਾ ਚਾਹੀਦਾ ਹੈਗਾ। ਮੇਰੀ ਰਿਕੁਐਸਟ ਹੈ ਸਰਕਾਰ ਅੱਗੇ। ਮੇਰਾ ਨਾਮ ਸਨੇਹ ਸ਼ਰਮਾ ਹੈ। ਮੈਂ ਇੱਥੇ ਮੈਡੀਕਲ ਕਾਲਜ 'ਚ ਵਾਰਡ ਅਟੈਂਡੈਂਟ ਰੱਖੀ ਗਈ ਸੀ। ਸਾਨੂੰ ਕਰੋਨਾ ਦੇ ਬੇਸ ਤੇ ਰੱਖਿਆ ਗਿਆ ਸੀਗਾ, ਪਰ ਸਾਨੂੰ ਹੁਣ ਕਹਿ ਦਿੱਤਾ, ਪੰਜਾਬ ਸਰਕਾਰ ਨੇ ਚਿੱਠੀ ਕੱਢਤੀ ਹੈ ਕਿ ਤੁਹਾਨੂੰ ਹੁਣ ਅਸੀਂ 30 ਤਰੀਕ ਨੂੰ ਇੱਥੋਂ ਵੀ ਤੋਰਨ ਲੱਗੇ ਆ। ਪਰ ਸਾਨੂੰ ਇਸੇ ਗੱਲ ਦੀ ਉਮੀਦ ਨਹੀਂ ਸੀ। ਸਾਨੂੰ ਇਹ ਸੀ ਵੀ ਸ਼ਾਇਦ ਸਰਕਾਰ ਸਾਨੂੰ ਇਨਾਮ ਦੇਊਗੀ ਵੀ ਅਸੀਂ ਇੰਨੇ ਮਰਦੇ ਟਾਈਮ 'ਚ ਲੋਕਾਂ ਨੂੰ ਬਚਾਇਆ। ਜਿੱਥੇ ਉਹਦੇ ਭੈਣ ਭਾਈ ਮਾਂ ਪਿਓ ਸਾਰੇ ਸਾਥ ਛੱਡ ਜਾਂਦੇ ਸੀ, ਉੱਥੇ ਅਸੀਂ ਉਹਨਾਂ ਦਾ ਸਾਥ ਦਿੱਤਾ। ਸਾਨੂੰ ਇਸ ਗੱਲ ਦੀ ਕੋਈ ਕਮੀ ਨਹੀਂ ਕਿ ਅਸੀਂ ਸਾਥ ਦਿੱਤਾ। ਇਸ ਥਾਂ ਤੇ ਸਾਡੇ ਮਾਂ ਪਿਓ ਵੀ ਹੁੰਦੇ, ਅਸੀਂ ਫਿਰ ਵੀ ਉਹਨਾਂ ਨੂੰ ਛੱਡਣਾ ਨਹੀਂ ਸੀਗਾ। ਪਰ ਸਾਨੂੰ ਦੁੱਖ ਇਸ ਗੱਲ ਦਾ ਆ ਰਿਹਾ ਕਿ ਸਰਕਾਰ ਨੇ ਅੱਜ ਸਾਡੀ ਢੂਈ 'ਚ ਲੱਤ ਮਾਰਤੀ ਹੈ ਵੀ ਤੁਹਾਨੂੰ ਅਸੀਂ ਨਹੀਂ ਰੱਖਾਂਗੇ। ਇਹ ਸਰਕਾਰ ਦਾ ਬਹੁਤ ਗਲਤ ਐਲਾਨ ਹੈ। ਅਸੀਂ ਇਹ ਨਹੀਂ ਚਾਹੁੰਦੇ ਵੀ ਅਸੀਂ ਸੰਘਰਸ਼ ਦਾ ਤਿੱਖਾ ਕਰੀਏ। ਸਾਡੀ ਤਾਂ ਇਹੀ ਬੇਨਤੀ ਹੈ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ। ਜੇ ਸਾਡੀਆਂ ਮੰਗਾਂ ਨਾ ਮੰਨੀਆਂ ਜਾਣਗੀਆਂ, ਸਾਨੂੰ ਨਾ ਚਾਹੁੰਦੇ ਹੋਏ ਵੀ ਇਹ ਸੰਘਰਸ਼ ਤਿੱਖਾ ਕਰਨਾ ਪਊਗਾ ਤੇ ਜਿੱਥੋਂ ਤੱਕ ਜਾਣਾ ਪਿਆ ਅਸੀਂ ਪਹੁੰਚਾਂਗੇ। ਮੇਰਾ ਨਾਮ ਪਰਮਿੰਦਰ ਕੌਰ ਹੈ। ਮੈਂ ਕੀ ਅੱਜ ਤੁਹਾਡੇ ਵੱਲੋਂ ਸਟ੍ਰਾਈਕ ਕੀਤੀ ਗਈ ਹੈ, ਕੀ ਕਰ ਰਹੇ ਹੋ? ਅਸੀਂ ਸਟ੍ਰਾਈਕ ਕੀਤੀ ਹੈਗੀ ਜੇ ਅਸੀਂ ਕੋਵਿਡ-19 ਦੇ ਵਿੱਚ ਕੰਮ ਕੀਤਾ ਸੀਗਾ, ਜਿਹਦਾ ਕਿ ਸਾਨੂੰ ਸਰਕਾਰ ਨੇ ਸਨਮਾਨਿਤ ਕੀਤਾ ਹੈਗਾ ਲੈਟਰ ਕੱਢ ਕੇ ਕਿ ਤੁਹਾਡੀਆਂ ਜਿਹੜੀਆਂ ਸੇਵਾਵਾਂ ਹੈਗੀਆਂ ਤੁਹਾਨੂੰ ਟਰਮੀਨੇਟ ਕੀਤਾ ਜਾਂਦਾ ਹੈ ਕਿ 30 ਤਰੀਕ ਨੂੰ ਤੁਸੀਂ ਘਰ ਚਲੇ ਜਾਓ। ਕਿੰਨੇ ਦਿਨ ਤੋਂ ਕੰਮ ਕਰ ਰਹੇ ਹੋ? ਅਸੀਂ ਸਾਨੂੰ ਨੀਅਰ ਅਬਾਊਟ 1.25 ਸਾਲ ਹੋ ਗਿਆ ਹੈਗਾ ਇਹ ਕੰਮ ਕਰਦਿਆਂ ਨੂੰ। ਲਾਸਟ ਅਸੀਂ ਜੁਲਾਈ ਅਗਸਤ ਦੇ ਕੰਮ ਕਰ ਰਹੇ ਹਾਂ। ਮੰਗਾਂ ਕੀ ਹੈ ਹੁਣ ਤੁਹਾਡੀਆਂ? ਸਾਡੀਆਂ ਮੰਗਾਂ ਇਹੀ ਆ ਕਿ ਸਾਡੀਆਂ ਸਰਵਿਸਿਜ਼ ਨੂੰ ਰੈਗੂਲਰ ਕੀਤਾ ਜਾਵੇ, ਸਾਨੂੰ ਬੰਦਾ ਸਨਮਾਨ ਪੱਤਰ ਦਿੱਤਾ ਜਾਵੇ। ਸਾਨੂੰ ਇਹੋ ਜਿਹਾ ਸਨਮਾਨ ਸਰਕਾਰ ਨਾ ਦੇਵੇ ਜਿਹੋ ਜਿਹਾ ਦੇਤਾ ਹੈਗਾ ਏ। ਅਦਰ ਸਟੇਟਸ ਦੇ ਵਿੱਚ ਕੀ ਹੈਗਾ, ਕਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ, ਕੋਈ ਫੁੱਲਾਂ ਨਾਲ ਕੀਤਾ ਗਿਆ, ਉਹਨਾਂ ਨੂੰ ਸਟਾਈਫਨ ਦੇ ਕੇ ਕੀਤਾ ਗਿਆ। ਪਰ ਸਾਡੀ ਪੰਜਾਬ ਗਵਰਨਮੈਂਟ ਨੇ ਕੀ ਕੀਤਾ, ਸਾਨੂੰ ਰਿਜ਼ਾਈਨ ਲੈਟਰ ਹੱਥਾਂ 'ਚ ਫੜਾ ਕੇ ਤੋਰਤਾ ਹੈਗਾ ਵੀ ਚਲੋ ਘਰਾਂ ਨੂੰ, ਤੁਸੀਂ ਬਹੁਤ ਕੰਮ ਕਰ ਲਿਆ। ਕਿੰਨੇ ਦਿਨ ਤੋਂ ਹੜਤਾਲ ਤੇ? ਸਾਡੀ 4 ਦਿਨ ਹੋ ਗਏ ਸਾਡੀ ਹੜਤਾਲ ਚੱਲਦੀ ਪਈ ਨੂੰ। ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਸੰਪਰਕ ਕੀਤਾ? ਹਾਂਜੀ, ਸੰਪਰਕ ਕੀਤਾ। ਜਿੱਦਾਂ ਕਿ ਪਾਰਟੀਆਂ ਦੇ ਲੀਡਰ ਆਉਂਦੇ ਹੈਗੇ, ਆਮ ਪਾਰਟੀ ਦੇ ਆਗੇ ਹੈਗੇ, ਅਕਾਲੀਆਂ ਦੇ ਬੰਟੀ ਰਮਾਨਾ ਜੀ ਪਹੁੰਚੇ ਹੈਗੇ ਆ। ਤੇ ਪਰ ਜੇ ਅਸੀਂ ਆਖੀ ਕਿ ਸਾਡੇ ਫਰੀਦਕੋਟ ਦੇ ਕੋਈ ਐਮਐਲਏ ਵਗੈਰਾ ਜਾਂ ਲਾਈਕ ਅੱਜ ਕਾਂਗਰਸ ਪਾਰਟੀ ਦਾ ਕੋਈ ਸਾਡੇ ਕੋਲ ਉਮੀਦਵਾਰ ਨਹੀਂ ਪਹੁੰਚਿਆ। ਪ੍ਰਸ਼ਾਸਨਿਕ ਤੁਹਾਡੇ ਕੋਲ ਹਾਂਜੀ, ਨਹੀਂ ਜੀ। ਤੁਹਾਡੀ ਕਿਸੇ ਨੇ ਕੋਈ ਗੱਲਬਾਤ ਸੁਣੀ, ਕੋਈ ਪਹੁੰਚਿਆ ਹੋਵੇ ਤੁਹਾਡੇ ਕੋਲ? ਨਹੀਂ ਜੀ, ਕੋਈ ਨਹੀਂ।
ਸਾਡੇ ਖੁਦ ਇਵਨ ਕਿ ਸਾਡੇ ਖੁਦ ਦੇ ਵੀ ਨਹੀਂ ਆਏ ਹੈਗੇ ਅਧਿਕਾਰੀ ਸਾਡੇ ਕੋਲ ਜਿਹੜਾ ਸੀ। ਤੁਹਾਨੂੰ ਕਰੋਨਾ ਯੋਧੇ ਐਲਾਨਿਆ ਗਿਆ ਸੀ ਉਹਦੇ ਵਿੱਚ ਤੁਸੀਂ ਕੀ ਆਪਦੇ ਬਿਹੇਵ ਤੇ ਤੁਸੀਂ ਕੀ ਕਹਿਣਾ ਚਾਹੋਗੇ? ਸਰਕਾਰ ਨੇ ਤੁਹਾਨੂੰ ਕਰੋਨਾ ਯੋਧੇ ਐਲਾਨਤਾ ਸੀਗਾ, ਇਹ ਉਹਨਾਂ ਦੀ ਇੱਕ ਵਰਡਿੰਗ ਸੀਗੀ ਕਰੋਨਾ ਯੋਧਿਆਂ ਦੇ ਸਨਮਾਨ ਪੱਤਰ ਤਾਂ ਲੀਡਰਾਂ ਨੂੰ ਹੀ ਮਿਲੇ ਹੈਗੇ ਆ ਕਿ ਇਸ ਏਰੀਏ ਦੇ ਵਿੱਚ ਪ੍ਰੋਟੈਕਸ਼ਨ ਕਰ ਲਈ ਉਹਨਾਂ ਨੇ। ਹਾਂਜੀ ਨਾ ਕੋਵਿਡ-19 ਆਇਆ ਸੀਗਾ, ਉਹ ਨਿਕਲ ਗਿਆ ਹੈਗਾ, ਇਹ ਸਨਮਾਨਿਤ ਕਰ ਦਿਓ ਲੀਡਰਾਂ ਨੂੰ। ਸਾਨੂੰ ਜਿਨ੍ਹਾਂ ਨੇ ਅਸੀਂ ਕੱਢੇ ਸਾਨੂੰ ਤਾਂ ਪਤਾ ਹੀ ਨਹੀਂ, ਸਰਕਾਰ ਭੁੱਲ ਹੀ ਗਈ ਕਿ ਅਸਲ ਕਰੋਨਾ ਯੋਧੇ ਕੌਣ ਆ। ਬੀਤੇ ਦਿਨ ਜਿਹੜੇ ਹੈਗੇ ਤੁਹਾਡੇ ਆਫੀਸਰ ਵੀ ਸਨਮਾਨਿਤ ਕੀਤੇ ਗਏ ਆ, ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਅਫਸਰ ਸੀ ਜੀ, ਅਫਸਰਾਂ ਨੇ ਸਨਮਾਨਿਤ ਕਰਤਾ, ਹੋ ਸਕਦਾ ਉਹ ਡਿਜ਼ਰਵ ਕਰਦੇ ਹੋਣ। ਜਿਹੜੇ ਅਸੀਂ ਸਟਾਫ ਨੇ ਵਿੱਚ ਕੋਵਿਡ ਦੇ ਕੰਮ ਕੱਢਿਆ, ਘਰ ਪਰਿਵਾਰ ਬੱਚੇ ਛੱਡ ਕੇ ਕੀਤਾ, ਹੋ ਸਕਦਾ ਅਸੀਂ ਨਾਲ ਲਾਇਕ ਹੋਈ ਸਨਮਾਨ ਪੱਤਰ ਲੈਣ ਦੇ। ਮੇਰਾ ਨਾਮ ਬੇਅੰਤ ਕੌਰ ਹੈ ਜੀ, ਮੈਂ ਮੈਡੀਕਲ 'ਚ ਨਰਸਿੰਗ ਸਟਾਫ ਹਾਂ ਜੀ। ਕਰੋਨਾ ਦੇ ਟਾਈਮ ਤੇ ਸਾਨੂੰ ਰੱਖਿਆ ਗਿਆ ਸੀ, ਇਹ ਸਾਡੀ ਹਾਲਤ ਹੁੰਦੀ ਸੀ। ਸਾਡੇ ਮੂੰਹ ਤੇ 3-3 ਮਾਸਕ, ਸਾਡੀਆਂ ਅੱਖਾਂ ਵੀ ਬੰਦ ਹੁੰਦੀਆਂ ਸੀ, ਧੂਆਂ ਆ ਜਾਂਦਾ ਸੀ ਪਸੀਨੇ ਨਾਲ, ਮੂਹਰੇ ਸਾਨੂੰ ਦਿਖਦਾ ਨਹੀਂ ਸੀ, ਪੈਰ ਵੀ ਬੰਦ ਹੁੰਦੇ ਸੀ, ਪਾਣੀ ਆਏ ਨੁੱਚੜਦਾ ਸੀ ਜਿਵੇਂ ਬਾਲਟੀਆਂ ਭਰ ਕੇ ਡੋਲੀਆਂ ਹੋਣ। ਸਾਨੂੰ ਸਾਡਾ ਕਸੂਰ ਦੱਸ ਦਿਓ ਕੀ ਆ? ਜਦੋਂ ਤੁਸੀਂ ਆਪਣੇ ਬੱਚੇ ਘਰਾਂ 'ਚ ਬੰਦ ਕਰ ਲਏ, ਸਕੂਲ ਜਾਣਾ ਉਹ ਵੀ ਬੰਦ ਕਰਤੇ, ਰਿਸ਼ਤੇਦਾਰੀਆਂ ਦੇ ਜਾਣਾ ਵੀ ਬੰਦ ਕਰਤੇ। ਸਾਡੇ ਮਾਪਿਆਂ ਦਾ ਜੇਰਾ ਦੇਖੋ, ਜਿਨ੍ਹਾਂ ਨੇ ਆਪਦੇ ਇੱਕ ਬੱਚੇ ਇੱਥੇ ਭੇਜਤੇ। ਕਿੰਨਾ ਵਾਸਤੇ? ਅਸੀਂ ਕਿੰਨਾ ਵਾਸਤੇ ਆਏ? ਆਪਣੀ ਕਮਿਊਨਿਟੀ ਵਾਸਤੇ, ਕਿ ਅਸੀਂ ਸੇਵਾ ਕਰਨੀ ਆ। ਕਿਉਂਕਿ ਸਾਡੀ ਜਿਹੜੀ ਸੀਗੀ ਨਰਸਿੰਗ ਪ੍ਰੋਫੈਸ਼ਨ ਦੀ ਨਾਈਟਿੰਗੇਲ, ਉਹਨੇ ਸਾਡੀ ਸੈਕੰਡ ਵਰਲਡ ਵਾਰ 'ਚ ਲੋਕਾਂ ਦੀ ਮਹਾਮਾਰੀ 'ਚ ਸੇਵਾ ਕੀਤੀ ਸੀ। ਅਸੀਂ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਆਪਣਾ ਇੱਕ ਜ਼ਿੰਮੇਦਾਰ ਨਾਗਰਿਕ ਹੋਣ ਦੇ ਬਜਾਏ ਵੀ ਅਸੀਂ ਆਪਣਾ ਫਰਜ਼ ਨਿਭਾਇਆ, ਔਰ ਅਸੀਂ ਉਸ ਮੈਦਾਨ 'ਚੋਂ ਭੱਜੇ ਨਹੀਂ। ਅਸੀਂ ਉਸ ਮੈਦਾਨ ਦੇ ਵਿੱਚ ਤੁਹਾਨੂੰ ਜਿੱਤ ਲਿਆ ਕੇ ਦਿਖਾਈ। ਤੇ ਅੱਜ ਸਾਡਾ ਕਸੂਰ ਕੀ ਆ ਜਿਹੜਾ ਤੁਸੀਂ ਸਾਨੂੰ ਅਵਾਰਡ ਦਿੱਤਾ? ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇਦੋਂ ਤਾਂ ਇਹ ਤੁਸੀਂ ਮਿਸਾਲ ਬਣਾਤੀ ਵਰਲਡ ਵਾਈਡ ਕਿ ਇਦੋਂ ਤਾਂ ਮਜ਼ਾਕ ਕਰੋਨਾ ਯੋਧਿਆਂ ਨਾਲ ਹੋ ਹੀ ਨਹੀਂ ਸਕਦਾ। ਸੋ ਸਾਨੂੰ ਸਾਡਾ ਇਨਸਾਫ ਦਿਓ, ਨਹੀਂ ਤੁਸੀਂ ਸਾਡਾ ਰੋਸ ਦੇਖ ਹੀ ਚੁੱਕੇ ਆ। ਇਸ ਤੋਂ ਵੀ ਵੱਧ ਤਿੱਖਾ ਹੋਊਗਾ। ਸਾਡੇ ਭੈਣ ਭਰਾ, ਸਾਡੇ ਪਰਿਵਾਰ ਸੜਕਾਂ ਤੇ ਬੈਠਣਗੇ, ਫਿਰ ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਊਗਾ। ਇਸ ਲਈ ਮੈਂ ਕਹੂੰਗੀ ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਕਰੋਨਾ ਯੋਧੇ ਪੱਕੇ ਕਰੋ, ਕਰੋਨਾ ਯੋਧੇ ਪੱਕੇ ਕਰੋ, ਕਰੋਨਾ ਯੋਧੇ ਜਿੰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਹੁਣ ਮੈਂ ਆਪਣੇ ਭਰਾ, ਆ ਮੇਰਾ ਵੀਰ ਆ ਵਾਰਡ ਅਟੈਂਡੈਂਟ, ਮੈਂ ਉਹਨਾਂ ਨੂੰ ਮਾਈਕ ਦਊਂਗੀ ਕਿ ਉਹ ਆਪਣੀ ਅਸੀਂ ਵਾਰਡ ਅਟੈਂਡੈਂਟ ਦਾ ਕੰਮ ਕਰਦੇ ਸੀ, ਬਹੁਤ ਜ਼ਿਆਦਾ ਕੰਮ ਕੀਤਾ। ਅਸੀਂ ਉਹਨਾਂ ਟਾਈਮਾਂ 'ਚ ਕੰਮ ਕੀਤਾ, ਸਾਡੇ MCH ਦੀ ਲੈਫਟ ਨਹੀਂ ਚੱਲਦੀ ਹੁੰਦੀ ਸੀਗੀ, ਤੇ ਅਸੀਂ ਰਾਤ ਨੂੰ 25-25 30-30 ਪੇਸ਼ੈਂਟ ਰਾਤ ਨੂੰ ਸ਼ਿਫਟ ਕਰਦੇ ਸੀ, ਤੇ ਪੇਸ਼ੈਂਟ ਸਾਰੀ ਰਾਤ ਹੀ ਢੋਂਦੇ ਰਹਿੰਦੇ ਸੀ। ਡੈੱਡ ਬੋਡੀਆਂ ਦਾ ਵੀ ਕੰਮ ਕੀਤਾ, ਸਾਰੀ ਰਾਤ ਡੈੱਡ ਬੋਡੀਆਂ ਸ਼ਿਫਟ ਕਰਦੇ 15 ਤੋਂ 20 ਡੈੱਡ ਬੋਡੀਆਂ। ਪਰ ਸਾਨੂੰ ਇਹਨਾਂ ਨੇ ਨਾਮ ਦਿੱਤਾ ਵੀ 30 ਤਰੀਕ ਨੂੰ ਤੁਸੀਂ ਆਪਦੇ ਘਰੇ ਚਲੇ ਜਾਓ। ਬਹੁਤ ਵੱਡਾ ਤੋਹਫਾ ਦਿੱਤਾ ਜੀ, ਬਹੁਤ ਧੰਨਵਾਦ ਕਰਦੇ ਇਹਨਾਂ ਦਾ। ਕੀ ਨਾਂ, ਕੀ ਕਹਿਣਾ ਚਾਹੁੰਦੇ ਹੋ, ਕਿਉਂ ਸੜਕਾਂ 'ਤੇ ਉਤਰਨਾ ਪਿਆ? ਸਰ ਮੇਰਾ ਨਾਮ ਕੁਲਵੀਰ ਕੌਰ ਹੈ। ਕੋਵਿਡ-19 ਦੇ ਦੌਰਾਨ ਮੇਰੀ ਜੁਆਇਨਿੰਗ ਹੋਈ ਸੀ। 1 ਜੁਲਾਈ 2020 'ਚ ਮੈਂ ਜੁਆਇਨ ਕੀਤਾ ਸੀ। ਮੈਨੂੰ ਨੀਅਰ ਅਬਾਊਟ 2 ਈਅਰ ਹੋ ਚੱਲਿਆ ਇੱਥੇ ਜੌਬ ਕਰਦੇ ਹੋਏ। ਅੱਜ ਸਾਡੀ ਸਰਕਾਰ ਨੇ ਸਾਨੂੰ ਲੈਟਰ ਦੇ ਦਿੱਤਾ ਹੈ ਕਿ ਤੁਸੀਂ 30 ਤਰੀਕ ਨੂੰ ਘਰੇ ਜਾਓ। ਅਸੀਂ ਆਪਦਾ ਹੱਕ ਮੰਗਣਾ ਚਾਹੁੰਦੇ ਹਾਂ। ਮੈਂ 9 ਮਹੀਨੇ ਪੂਰੀ ਪ੍ਰੈਗਨੈਂਸੀ 'ਚ ਇੱਥੇ ਕੋਵਿਡ-19 'ਚ ਡਿਊਟੀ ਕੀਤੀ ਆ। ਮੇਰਾ ਛੋਟਾ ਜਿਹਾ ਬੇਬੀ ਹੈ, 3 ਮੰਥ ਦਾ ਬੇਬੀ ਹੈ। ਅਬ ਸਾਨੂੰ ਮੈਟਰਨਿਟੀ ਲੀਵ ਜਿੱਥੇ 6 ਮਹੀਨੇ ਦਿੱਤੀ ਜਾਂਦੀ ਸੀ, ਉੱਥੇ ਇਹਨਾਂ ਨੇ ਸਾਨੂੰ 3 ਮਹੀਨਿਆਂ ਦੀ ਮੈਟਰਨਿਟੀ ਲੀਵ ਦਿੱਤੀ ਆ। ਮੈਨੂੰ ਮਹੀਨਾ ਹੋ ਗਿਆ ਹੁਣ ਡਿਊਟੀ ਜੁਆਇਨ ਕੀਤੇ ਹੋਏ ਨੂੰ, ਤੇ ਅੱਜ ਸਾਡੀ ਸਰਕਾਰ ਸਾਨੂੰ ਕਹਿ ਰਹੀ ਹੈ ਤੁਸੀਂ ਘਰੇ ਜਾਓ। ਅਸੀਂ ਘਰੇ ਕਿਉਂ ਜਾਈਏ? ਸਾਡੇ ਘਰ ਸਾਡੇ ਇਹਨਾਂ ਤਨਖਾਹਾਂ ਤੇ ਚੱਲਦੇ ਸੀ, ਹੁਣ ਅਸੀਂ ਆਪਦਾ ਚੁੱਲ੍ਹਾ ਕਿਵੇਂ ਬਾਲੀਏ ਦੱਸੋ? ਮੈਂ ਆਪਦੇ ਬੱਚੇ ਨੂੰ ਕਿੱਥੋਂ ਲਿਆ ਕੇ ਖਵਾਉਂਗੀ? ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲੇ ਦਿਨ ਸਹੁੰ ਚੁੱਕਣ ਤੋਂ ਬਾਅਦ ਇੱਕ ਬਿਆਨ ਦਿੱਤਾ ਸੀਗਾ ਕਿ ਜਿਹੜੇ ਕੱਚੇ ਮੁਲਾਜ਼ਮ ਹੈ ਪ੍ਰਦਰਸ਼ਨ ਕਰ ਰਹੇ ਆ, ਜਾਂ ਜਿਨ੍ਹਾਂ ਦੀਆਂ ਮੰਗਾਂ ਵਾਲੇ ਪ੍ਰਦਰਸ਼ਨ ਕਰ ਰਹੇ ਆ, ਉਹ ਆਪੋ ਆਪਣੀਆਂ ਡਿਊਟੀਆਂ ਤੇ ਹਾਜ਼ਰ ਹੋਏ। ਅਸੀਂ ਪੱਕਾ ਵੀ ਕਰਾਂਗੇ, ਉਹਨਾਂ ਦੀਆਂ ਮੰਗਾਂ ਦੀ ਪੂਰਤੀ ਕਰਾਂਗੇ, ਤੇ ਤੁਸੀਂ ਸੜਕਾਂ ਤੇ ਆ ਗਏ। ਹਾਂਜੀ, ਸਰਕਾਰ ਨੇ ਤਾਂ ਸਾਨੂੰ ਇਹ ਵੀ ਵਾਅਦਾ ਦਿੱਤਾ ਸੀ ਕਿ ਜਿਨ੍ਹਾਂ ਨੇ 100 ਦਿਨ ਕੋਵਿਡ-19 'ਚ ਡਿਊਟੀ ਕੀਤੀ ਆ ਉਹਨਾਂ ਨੂੰ ਪੱਕਾ ਕੀਤਾ ਜਾਊਗਾ। ਅਸੀਂ 2 ਮਹੀਨੇ ਲਗਾਤਾਰ ਡਿਊਟੀ ਕੀਤੀ ਆ, 2 ਸਾਲ ਲਗਾਤਾਰ ਡਿਊਟੀ ਕੀਤੀ ਆ। ਸਾਨੂੰ ਪੱਕੇ ਕਰਨ ਦੀ ਬਜਾਏ ਸਾਨੂੰ ਰਿਲੀਵ ਕਰਨ ਦਾ ਆਰਡਰ ਦੇ ਦਿੱਤਾ ਗਿਆ। ਅਸੀਂ ਚਾਹੁੰਦੇ ਹਾਂ ਇਹ ਸਾਡਾ ਮੰਗ ਪੱਤਰ ਵਾਪਸ ਕੀਤਾ ਜਾਵੇ ਤੇ ਸਾਨੂੰ ਵਾਪਸ ਡਿਊਟੀ ਤੇ ਲਿਆ ਜਾਵੇ, ਤੇ ਉਹ ਵੀ ਪੱਕੇ ਤੌਰ ਤੇ ਸਾਨੂੰ ਡਿਊਟੀ ਤੇ ਵਾਪਸ ਲਿਆ ਜਾਵੇ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਦੀਪ ਕੌਰ ਹੈ। ਮੈਂ ਕੋਵਿਡ-19 ਦੇ ਵਿੱਚ ਐਜ ਏ ਸਟਾਫ ਨਰਸ ਕੰਮ ਕੀਤਾ। ਮੈਂ ਪਿਛਲੇ ਅਗਸਤ 6 2020 ਤੋਂ ਕੰਮ ਕਰ ਰਹੀ ਹਾਂ।
1 ਸਾਲ 2 ਮਹੀਨੇ ਕੰਮ ਕਰਦਿਆਂ ਹੋ ਚੱਲੇ ਆ ਸਾਨੂੰ। ਮੈਂ ਕੋਵਿਡ-19 ਦੇ ਵਿੱਚ ਵੀ ਕੰਮ ਕੀਤਾ ਤੇ ਨਾਰਮਲ ਵਾਰਡਾਂ ਦੇ ਵਿੱਚ ਵੀ ਕੰਮ ਕੀਤਾ। ਇਹੋ ਜਿਹਾ ਕੋਈ ਵਾਰਡ ਨਹੀਂ ਹੋਣਾ ਹਸਪੀਟਲ ਦੇ ਵਿੱਚ ਜਿੱਥੇ ਸਾਡੇ ਕੋਵਿਡ ਸਟਾਫ ਨੇ ਬਿਨਾਂ ਕੋਵਿਡ ਤੋਂ ਵੀ ਕੰਮ ਨਾ ਕੀਤਾ ਹੋਵੇ। ਪਰ ਅਸੀਂ ਅੱਜ ਆਪਦੇ ਹਸਪੀਟਲ ਦੇ ਪ੍ਰਸ਼ਾਸਨ ਨੂੰ ਵੀ ਇਹੀ ਗੱਲ ਕਰ ਰਹੇ ਹਾਂ ਕਿ ਦੇਖੋ, ਅਸੀਂ ਔਖੇ ਟਾਈਮ ਦੇ ਵਿੱਚ ਸਰਕਾਰਾਂ ਦਾ ਤੇ ਤੁਹਾਡਾ ਸਾਥ ਦਿੱਤਾ, ਸਾਨੂੰ ਅੱਜ ਤੁਹਾਡੀ ਲੋੜ ਹੈ। ਅਸੀਂ ਆਪਦੇ ਹਸਪੀਟਲ ਦੇ MS ਸਰ NS ਮੈਮ ਨੂੰ ਵੀ ਰਿਕੁਐਸਟ ਕਰਦੇ ਆ, BC ਸਰ ਨੂੰ ਵੀ ਰਿਕੁਐਸਟ ਕਰਦੇ ਆ ਵੀ ਪਲੀਜ਼ ਸਾਡਾ ਸਾਥ ਦਿਓ। ਅੱਜ ਔਖਾ ਟਾਈਮ ਸਾਡੇ ਤੇ ਹੈ, ਜਿਸ ਟਾਈਮ ਔਖਾ ਟਾਈਮ ਤੁਹਾਡੇ ਸੀ ਅਸੀਂ ਤੁਹਾਡਾ ਸਾਥ ਦਿੱਤਾ, ਅੱਜ ਔਖਾ ਟਾਈਮ ਸਾਡੇ ਤੇ ਹੈ। ਪਲੀਜ਼ ਸਾਡੀ ਰਿਕੁਐਸਟ ਹੈ ਵੀ ਸਾਡੇ ਨਾਲ ਸਾਡਾ ਸਾਥ ਦਿਓ, ਕਿਉਂਕਿ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਸਰ, ਅਸੀਂ ਆਪਣਾ ਹੱਕ ਮੰਗ ਰਹੇ ਹਾਂ, ਸਾਡਾ ਹੱਕ ਹੈ। ਤੇ ਇੱਕ ਪਾਸੇ ਤਾਂ ਸਰਕਾਰ ਘਰ ਘਰ ਰੁਜ਼ਗਾਰ ਦੇਣ ਦੀਆਂ ਗੱਲਾਂ ਕਰਦੀ ਹੈ ਤੇ ਦੂਜੇ ਪਾਸੇ ਸਾਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ। ਕੀ ਇਹੀ ਇਨਾਮ ਹੈ ਸਾਡਾ ਕਰੋਨਾ ਵਿੱਚ ਕੰਮ ਕਰਨ ਦਾ? ਇੱਕੋ ਹੀ ਸਵਾਲ ਦਾ ਜਵਾਬ ਦੇ ਦੇਣ ਕਿ ਕਰੋਨਾ ਮਹਾਮਾਰੀ ਜੇਕਰ ਸੀ, ਇਹਨਾਂ ਨੇ ਕਿਹਾ ਸੀ ਵੀ ਕਰੋਨਾ ਯੋਧਿਆਂ ਨੂੰ ਪਹਿਲ ਦਿੱਤੀ ਜਾਏਗੀ, ਕਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਜਾਏਗਾ। ਕਿ ਇਹੀ ਸਨਮਾਨ ਸੀ ਸਾਡਾ? ਇਹਨਾਂ ਦੀ ਨਜ਼ਰ ਦੇ ਵਿੱਚ ਕਰੋਨਾ ਯੋਧੇ ਇਸ ਤਰ੍ਹਾਂ ਹੀ ਸਨਮਾਨਿਤ ਹੁੰਦੇ ਆ? ਜੇ ਸਰਕਾਰਾਂ ਦੀ ਇਹੀ ਪਾਲਿਸੀ, ਸਰਕਾਰਾਂ ਇਸੇ ਤਰ੍ਹਾਂ ਹੀ ਸਨਮਾਨਿਤ ਕਰਦੀਆਂ ਤਾਂ ਅਸੀਂ ਨਹੀਂ ਮੰਨਦੇ ਵੀ ਕਰੋਨਾ ਆਇਆ ਸੀ, ਕਰੋਨਾ ਮਹਾਮਾਰੀ ਆਈ ਸੀ। ਕਿਉਂਕਿ ਹਜੇ ਤੱਕ ਜੇ ਦੇਖਿਆ ਜਾਵੇ ਕਰੋਨਾ ਖਤਮ ਨਹੀਂ ਹੋਇਆ, ਤਾਂ ਇਹਨਾਂ ਨੇ ਸਾਨੂੰ ਇੱਕ ਫਰਮਾਨ ਕੱਢ ਦਿੱਤਾ ਕਿ ਤੁਸੀਂ ਘਰੋਂ ਘਰੀ ਜਾਓ। ਕੀ ਗੱਲ ਸਰਕਾਰ ਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਸਾਡੇ ਵਿੱਚੋਂ ਬਹੁਤੇ ਸਟਾਫ ਹੈ ਜਿਹੜੇ ਓਵਰ ਏਜ ਸੀ, ਇਹ ਆਪਣੀ ਜਾਨ ਤਲੀ ਤੇ ਧਰ ਕੇ ਇਸੇ ਰਿਸਕ ਤੇ ਇੱਥੇ ਆਏ ਸੀ ਵੀ ਸ਼ਾਇਦ ਸਰਕਾਰ ਸਾਨੂੰ ਕਰੋਨਾ 'ਚ ਕੰਮ ਕਰਨ ਦੇ ਬਾਵਜੂਦ ਪਹਿਲ ਦੇਊਗੀ। ਪਹਿਲ ਤਾਂ ਕੀ ਦੇਣੀ ਸੀ? ਇਹਨਾਂ ਨੇ ਤਾਂ ਸਾਨੂੰ ਸਨਮਾਨਿਤ ਕਰਨ ਦੀ ਬਜਾਏ ਚਿੱਠੀਆਂ ਫੜਾ ਦਿੱਤੀਆਂ, ਘਰੋਂ ਘਰ ਜਾਓ। ਇਹਨਾਂ ਦੀ ਇੱਕੋ ਹੀ ਮੰਗ ਸੀ ਵੀ ਲੈਟਰ ਤੁਸੀਂ ਆਪਣਾ ਪੇਪਰ ਦਿਓ, ਪੇਪਰ ਦੇ ਕੇ ਸਾਡੇ ਕੋਲੇ ਪਹਿਲ ਦੇ ਆਧਾਰ ਤੇ ਇੱਥੇ ਆ ਜਾਓ। ਜੇ ਇਹਨਾਂ ਨੇ ਪੇਪਰ ਹੀ ਲੈਣਾ ਸੀ ਤਾਂ ਫਿਰ ਸਾਡੇ ਕੋਵਿਡ ਦੇ ਟਾਈਮ ਪੇਪਰ ਕਿਉਂ ਨਹੀਂ ਲਿਆ? ਕੋਵਿਡ ਟਾਈਮ ਜੋ ਪੇਪਰ ਹੋਇਆ ਸੀ ਉਹਦੇ ਵਿੱਚ ਸਾਨੂੰ ਇਹਨਾਂ ਨੇ ਵੇਟਿੰਗ 'ਚ ਪਾਇਆ, ਅਸੀਂ ਕੋਈ ਇਹਨਾਂ ਨੂੰ ਬਕਾਇਦਾ ਡਾਟਾ ਨਹੀਂ ਦਿੱਤਾ ਸੀ, ਪੁਰਾਣਾ ਡਾਟਾ ਚੁੱਕ ਕੇ ਪੇਪਰਾਂ ਵਾਲਾ ਹੀ ਸਾਨੂੰ ਕਾਲਸ ਕੀਤੀਆਂ ਗਈਆਂ। ਕਾਲਸ ਦੇ ਵਿੱਚ ਜਿਸ ਦਿਨ ਸਾਨੂੰ ਕਾਲਸ ਗਈ ਆ ਉਸ ਦਿਨ ਇਹਨਾਂ ਨੇ ਇਹੀ ਗੱਲ ਕਹੀ ਸੀ ਕਿ ਇੱਕ ਵਾਰ ਜੁਆਇਨ ਕਰੋ, ਤੁਹਾਨੂੰ ਕੋਈ ਨਹੀਂ ਕੱਢੂਗਾ। ਜੋ ਵੀ ਸਟਾਫ ਇੱਥੇ ਕੰਮ ਕਰਦਾ ਉਹ ਪੱਕਾ ਹੀ ਹੁੰਦਾ, ਉਹਨੂੰ ਕੱਢਿਆ ਨਹੀਂ ਜਾਂਦਾ, ਰਿਲੀਵ ਨਹੀਂ ਕੀਤਾ ਜਾਂਦਾ। ਪਰ ਅੱਜ ਕੀ ਹੋ ਰਿਹਾ? ਸਾਨੂੰ ਬੇਰੁਜ਼ਗਾਰ ਕਿਉਂ ਕਰ ਦਿੱਤਾ ਗਿਆ? ਸਾਡੀ ਇੱਕੋ ਹੀ ਮੰਗ ਹੈ, ਸਾਡੀਆਂ ਸੇਵਾਵਾਂ ਬਹਾਲ ਕਰਨ ਤੇ ਸਾਨੂੰ ਪੱਕੇ ਕਰਨ। ਬਿਲਕੁਲ ਜੀ। ਪਿਛਲੇ 4-5 ਦਿਨਾਂ ਤੁਸੀਂ ਹੜਤਾਲ ਤੇ ਹੋ। ਹਾਂਜੀ। ਹਜੇ ਵੀ ਤੁਹਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਅਗਲਾ ਸਟੈਪ ਕੀ ਹੈ ਤੁਹਾਡਾ? ਸਰ, ਅਸੀਂ ਆਪਣੇ ਪ੍ਰਦਰਸ਼ਨ ਨੂੰ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਕਰਾਂਗੇ। ਹਲੇ ਤੱਕ ਤਾਂ ਸਾਡੀ ਸਿਰਫ ਸਟ੍ਰੈਕ ਸੀ, ਇਸ ਤੋਂ ਅੱਗੇ ਸਾਡਾ ਪ੍ਰਦਰਸ਼ਨ ਹੈ ਜਿਹੜਾ ਇਦੋਂ ਵੀ ਤਿੱਖਾ ਹੋਵੇਗਾ। ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ, ਸਾਥੋਂ ਜਿੱਥੋਂ ਤੱਕ ਹੋਈ ਅਸੀਂ ਪਹੁੰਚ ਕਰਾਂਗੇ। ਮੇਰਾ ਨਾਮ ਪ੍ਰਿਆ ਹੈ, ਮੈਂ ਸਿਵਲ ਹਸਪੀਟਲ ਜਲਾਲਾਬਾਦ ਤੋਂ ਹਾਂ। ਮੈਂ ਉਹਨਾਂ ਦੀ ਨਰਸਿੰਗ ਯੂਨੀਅਨ ਤੋਂ ਆਈ ਹਾਂ ਤੇ ਮੈਂ ਇੱਥੇ ਇਸ ਰੋਸ ਪ੍ਰਦਰਸ਼ਨ ਦਾ ਹਿੱਸਾ ਬਣਨ ਆਈ ਹਾਂ। ਆਪਾਂ ਹੁਣ ਤੁਸੀਂ ਜਿਵੇਂ ਦੇਖਿਆ ਕਿ ਆਪਾਂ ਇਸ ਰੈਲੀ ਰਾਹੀਂ ਆਪਾਂ DC ਨੂੰ ਇੱਕ ਮੰਗ ਪੱਤਰ ਦੇ ਰਹੇ ਹਾਂ, ਜਿਸ ਵਿੱਚ ਸਾਡੀਆਂ ਮੰਗਾਂ ਰੱਖੀਆਂ ਗਈਆਂ ਕਿ ਜਿਹੜੇ ਸਾਡੇ ਜਿਹੜੀ ਲੈਟਰ ਆਈ ਹੈ ਸਾਨੂੰ ਰਿਲੀਵਿੰਗ ਦੀ, ਉਹਨੂੰ ਬਹਾਲ ਕੀਤਾ ਜਾਵੇ ਤੇ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ। ਕਿਉਂਕਿ ਆਪਾਂ ਬਹੁਤ ਔਖਾ ਟਾਈਮ ਦੇਖਿਆ, ਆਪਾਂ ਉਸ ਟਾਈਮ ਵਿੱਚ ਆਪਾਂ ਨਾਲ ਖੜੇ ਹਾਂ ਜਦੋਂ ਮਰੀਜ਼ ਦੇ ਰਿਸ਼ਤੇਦਾਰ, ਮਾਪਿਓ, ਭੈਣ ਭਰਾ ਕੋਈ ਵੀ ਨਾਲ ਨਹੀਂ ਸੀ ਖੜਦਾ। ਜਦੋਂ ਤਾਂ VIP ਆਉਂਦੇ ਸੀਗੇ, ਉਦੋਂ ਤਾਂ ਮੰਤਰੀਆਂ ਦੇ ਫੋਨ ਆਉਂਦੇ ਸੀ ਰਾਤੀ 2-2 3-3 ਵਜੇ ਕਿ ਸਾਡਾ VIP ਪੇਸ਼ੈਂਟ ਹੈ। ਉਦੋਂ ਤਾਂ ਇਹਨਾਂ ਨੂੰ ਫੋਰਟਿਸ ਮੋਹਾਲੀ ਵਾਲਾ VIP ਜਿਹੜਾ ਵਾ ਚਾਹੀਦਾ ਹੁੰਦਾ ਸੀ, ਕੇਅਰ ਚਾਹੀਦੀ ਸੀ, ਉਹ ਵੀ 10,000 ਸੈਲਰੀ ਤੇ। ਬਟ ਜੇਕਰ ਆਪਾਂ 10,000 ਸੈਲਰੀ ਲੈਣ ਦੇ ਬਾਅਦ ਵੀ ਇੰਨਾ ਵਧੀਆ ਕੰਮ ਕਰ ਰਹੇ ਸੀ, ਫਿਰ ਇਹਨਾਂ ਨੂੰ ਸਾਨੂੰ ਕੱਢਣ ਦੀ ਜ਼ਰੂਰਤ ਕੀ ਪਈ? ਪਰ ਹੁਣ ਜੇਕਰ ਇਹਨਾਂ ਨੇ ਸਾਨੂੰ ਕੱਢ ਕੇ ਸਾਡੇ ਅੰਦਰਲੀ ਜਿਹੜੀ ਹੈ ਸੰਘਰਸ਼ ਨੂੰ ਜਗਾ ਦਿੱਤਾ ਕਿ ਆਪਾਂ ਹੁਣ ਉਹ 10,000 ਤੇ ਵੀ ਕੰਮ ਨਹੀਂ ਕਰਾਂਗੇ, ਆਪਾਂ ਪੱਕੇ ਹੋਣ ਲਈ ਆਪਣੀ ਮੰਗਾਂ ਰੱਖਾਂਗੇ। ਜੇਕਰ ਸਾਡੀ ਇਹ ਮੰਗ ਨਾ ਮੰਨੀ ਗਈ, ਆਪਾਂ CM ਸਾਹਿਬ ਜੀ ਨੂੰ ਕਵਾਂਗੇ ਕਿ ਸਾਡੀਆਂ ਮੰਗਾਂ ਮੰਨੋ। ਜੇਕਰ ਨਾ ਮੰਨੀਆਂ ਗਈਆਂ ਤੇ ਆਪਾਂ ਇਹ ਸੰਘਰਸ਼ ਹੋਰ ਤੇਜ਼ ਕਰਾਂਗੇ। ਤੁਹਾਡੀ ਡਿਊਟੀ ਕਿਸ ਹਸਪੀਟਲ ਦੇ ਵਿੱਚ ਚੱਲ ਰਹੀ ਹੈ? ਮੇਰੀ ਸਿਵਲ ਹਸਪੀਟਲ ਜਲਾਲਾਬਾਦ 'ਚ ਚੱਲ ਰਹੀ ਹੈ। ਜਲਾਲਾਬਾਦ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਕਿੱਥੇ ਰੱਖਿਆ ਗਿਆ ਸੀ? ਸਾਨੂੰ ਉੱਥੇ ਕੋਵਿਡ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਸੀਗਾ, ਔਰ ਈਵਨ ਜਦੋਂ ਕੋਵਿਡ ਦੇ ਪੇਸ਼ੈਂਟ ਖਤਮ ਹੋ ਗਏ, ਸਾਡੇ ਕੋਲ ਐਕਸਟਰਾ ਡਿਊਟੀ ਵੀ ਲਈ ਗਈ ਐਮਰਜੈਂਸੀ ਡਿਪਾਰਟਮੈਂਟ ਵਿੱਚ। ਹੋਰ ਉੱਥੇ ਮੈਡੀਕਲ ਸਰਜੀਕਲ ਵਾਰਡਸ ਹੈਗੀਆਂ, ਉੱਥੇ ਐਕਸਟਰਾ ਡਿਊਟੀ ਲਈ ਗਈ। ਜੇਕਰ ਇਹ ਕਹਿੰਦੇ ਆ ਕਿ ਸਾਡੇ ਕੋਲ ਇੰਨਾ ਸਟਾਫ ਹੈਗਾ ਤੇ ਇਹਨਾਂ ਨੇ ਆਈਸੋਲੇਸ਼ਨ ਲਈ ਰਿਕਰੂਟਮੈਂਟ ਕਰਕੇ ਸਾਨੂੰ ਐਮਰਜੈਂਸੀਜ਼ ਦੇ ਵਿੱਚ ਕਿਉਂ ਪਾਇਆ? ਜੇਕਰ ਇਹਨਾਂ ਕੋਲ ਇੰਨਾ ਹੀ ਸਟਾਫ ਸੀ, ਉੱਥੇ ਜਾ ਕੇ ਸਿਵਲ ਹਸਪੀਟਲ ਦੇ ਵਿੱਚ ਜਾ ਕੇ ਦੇਖਿਆ ਜਾਵੇ, ਉੱਥੇ ਰੈਗੂਲਰ 10 ਸਟਾਫ ਵੀ ਨਹੀਂ ਹੋਣਗੇ, ਉੱਥੇ ਸਿਰਫ ਆਊਟਸੋਰਸਿਸ ਕੰਮ ਕਰ ਰਿਹਾ ਸਾਰਾ। ਤੇ ਉੱਥੇ ਸਾਡੇ ਨਾਲ ਦੇ ਜਿਹੜੇ ਮੇਰੇ ਨਾਲ ਦੇ ਸਾਥੀ ਆ, ਉੱਥੇ ਜਲਾਲਾਬਾਦ ਵਿਖੇ ਵੀ ਸਟ੍ਰਾਈਕ ਜਾਰੀ ਹੈ ਉਹਨਾਂ ਦੀ। ਤੇ ਆਪਾਂ ਕੁਝ ਕੁ ਜਿਹੜੇ ਸਾਥੀ ਮੇਰੇ ਉਹ ਇੱਥੇ ਆਏ ਆ, ਆਪਾਂ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਆਪਾਂ ਹੋ ਸਕੇਗਾ ਤੇ ਆਪਾਂ ਇੱਕ ਮੇਗਾ ਰੈਲੀ ਵੀ ਕਰਾਂਗੇ, ਮੇਗਾ ਸਟ੍ਰਾਈਕ ਵੀ ਕਰਾਂਗੇ। ਤੁਹਾਡੇ ਜਲਾਲਾਬਾਦ ਦੇ ਵਿੱਚ ਕਿੰਨੇ ਹੈਗੇ ਜੀ ਕਰਮਚਾਰੀ? ਅਸੀਂ 33 ਕਰਮਚਾਰੀ ਹਾਂ ਉੱਥੇ, ਵਿੱਚ GDA, ਵਿੱਚ ਵਾਰਡ ਅਟੈਂਡੈਂਟ, ਵਿੱਚ ਨਰਸਿੰਗ ਸਟਾਫ ਹੈਗੇ ਆ ਸਾਡੇ। ਜਦ ਕਿ ਇਹਨਾਂ ਨੇ ਡਾਕਟਰ ਵੀ ਕਈ ਰੱਖੇ ਸੀ ਕੋਵਿਡ ਦੇ ਅੰਡਰ, ਪਰ ਉਹਨਾਂ ਨੂੰ ਪੱਕੇ ਤੌਰ ਤੇ ਰੱਖਿਆ ਗਿਆ। ਜੇਕਰ ਡਾਕਟਰ ਪੱਕੇ ਤੌਰ ਤੇ ਰੱਖੇ ਜਾ ਸਕਦੇ ਤੇ ਸਟਾਫ ਨਰਸਿਸ, GDA, ਵਾਰਡ ਅਟੈਂਡੈਂਟ ਕਿਉਂ ਨਹੀਂ ਰੱਖੇ ਜਾ ਸਕਦੇ? ਕਿਉਂਕਿ ਆਪਾਂ ਇੱਕ ਮੱਧ ਵਰਗ ਵਿੱਚ ਆਉਂਦੇ ਹਾਂ ਤਾਂ ਕਰਕੇ, ਕਿਉਂਕਿ ਆਪਾਂ ਅੱਗੇ ਮਿਡਲ ਕਲਾਸ ਤੋਂ ਆਉਂਦੇ ਹਾਂ ਤੇ ਇਹ ਸਾਨੂੰ ਹੋਰ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਆਪਾਂ ਹੁਣ ਦੱਬਣ ਵਾਲੇ ਨਹੀਂ ਹੈਗੇ। ਆਪਾਂ ਇਹ ਸੰਘਰਸ਼ ਆਪਣਾ ਹੋਰ ਤੇਜ਼ ਕਰਾਂਗੇ। ਇੱਕ ਜਿਹੜਾ ਹੈਗਾ ਸੁਣਨ ਦੇ ਵਿੱਚ ਆ ਰਿਹਾ ਸਿਰਫ ਤੁਹਾਨੂੰ ਹੀ ਕੱਢਿਆ ਗਿਆ, ਜਿਹੜੇ ਲੈਬ ਦੇ ਵਿੱਚ ਕੰਮ ਕਰਦੇ ਸੀਗੇ ਉਹਨਾਂ ਨੂੰ ਬਹਾਲ
ਉਸੇ ਤਰ੍ਹਾਂ ਹੀ ਉਹਨਾਂ ਦੀ ਡਿਊਟੀ ਬਿਲਕੁਲ ਹਾਂਜੀ ਜਦ ਕਿ ਉਹਨਾਂ ਦਾ ਵਰਕਲੋਡ ਸਾਡੇ ਤੋਂ ਘੱਟ ਹੈਗਾ। ਕੀ ਗੱਲ ਹੁਣ ਕਰੋਨਾ ਮਰੀਜ਼ਾਂ ਦੀ ਕੀ ਸੰਖਿਆ ਘਟ ਗਈ ਹੈਗੀ ਹੈ ਜਾਂ ਫਿਰ ਉਹਨਾਂ ਦੀ ਸੈਂਪਲਿੰਗ ਦਾ ਹੀ ਹੈ? ਜੇਕਰ ਸੈਂਪਲਿੰਗ ਜ਼ਰੂਰੀ ਹੈ ਤੇ ਜੇਕਰ ਪੋਜ਼ਿਟਿਵ ਆਂਦਾ ਉਹਨਾਂ ਦੀ ਕੇਅਰ ਵੀ ਜ਼ਰੂਰੀ ਹੈ। ਜੇਕਰ ਇਹ ਸਾਡੇ ਹੁਣ ਸਿਵਲ ਹਸਪੀਟਲ ਦੇ ਵਿੱਚ ਇਹਨਾਂ ਨੇ ਉਦਘਾਟਨ ਕੀਤਾ ਹੈਗਾ ਆਕਸੀਜਨ ਪਲਾਂਟ ਦਾ, ਜੇਕਰ ਸਰਕਾਰ ਨੂੰ ਲੱਗਦਾ ਕਿ ਤੀਜੀ ਲਹਿਰ ਨਹੀਂ ਆ ਰਹੀ ਤੇ ਸਾਨੂੰ ਕੱਢਣਾ ਚਾਹੀਦਾ ਤੇ ਫਿਰ ਇਹ ਤੀਜੇ ਆਕਸੀਜਨ ਪਲਾਂਟ ਦੇ ਇਹਨਾਂ ਨੇ ਕਿਉਂ ਉਦਘਾਟਨ ਕੀਤਾ? ਉੱਥੇ ਤੇ ਲੱਖਾਂ ਕਰੋੜਾਂ ਰੁਪਏ ਲਗਾ ਦਿੱਤੇ ਤੇ ਸਾਡੀ ਸੈਲਰੀ ਲਈ ਇਹਨਾਂ ਕੋਲ 10,000 ਰੁਪਇਆ ਨਹੀਂ ਹੈਗਾ। ਠੀਕ ਹੈ, ਹੁਣ ਆਪਾਂ ਇਹੀ ਕਹਾਂਗੇ ਆਪਾਂ 10,000 ਤੇ ਕੰਮ ਨਹੀਂ ਕਰਨਾ, ਆਪਾਂ ਪੱਕੇ ਮੁਲਾਜ਼ਮਾਂ ਦੀ ਤਰ੍ਹਾਂ ਕੰਮ ਕਰਨਾ। ਸਾਨੂੰ ਸਾਡੇ ਹੱਕ ਦਿੱਤੇ ਜਾਣ, ਬੰਦੇ ਆਫ ਦਿੱਤੇ ਜਾਣ, ਬੰਦੀ ਸੈਲਰੀ ਦਿੱਤੀ ਜਾਵੇ। ਜਿਹੜਾ ਇਹਦੇ ਵਿੱਚ ਇੱਕ ਸੁਣਨ ਨੂੰ ਹੋਰ ਵੀ ਆ ਰਿਹਾ, ਜਿਵੇਂ ਤੁਹਾਨੂੰ ਇੱਕ ਲੈਟਰ ਦੇ ਦਿੱਤੀ ਗਈ ਹੈ ਕਿ ਕਈ ਡਿਪਾਰਟਮੈਂਟਾਂ ਦੇ ਵਿੱਚ ਆਖਿਆ ਗਿਆ ਉਹਨਾਂ ਨੂੰ ਵੀ ਤੁਸੀਂ ਆਪਣਾ ਸਟਾਫ ਰੱਖ ਲਓ, ਇਸ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ ਸਾਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਹੈ। ਜਦੋਂ ਆਪਾਂ ਉੱਥੇ ਆਪਣੇ ਐਡਮਿਨਿਸਟ੍ਰੇਟਰ ਨਾਲ ਗੱਲ ਕੀਤੀ, ਉਹ ਕਹਿੰਦੇ ਕਿ ਮੈਨੂੰ ਇਦਾਂ ਦੀ ਕੋਈ ਲੈਟਰ ਨਹੀਂ ਆਈ, ਸਾਡਾ ਇਹਦੇ ਵਿੱਚ ਕੋਈ ਲਿੰਕ ਨਹੀਂ ਹੈਗਾ, ਇਹ ਸਿੱਧਾ ਪੰਜਾਬ ਸਰਕਾਰ ਦਾ ਹੈਗਾ, ਜੋ ਵੀ ਉਹਨਾਂ ਨੇ ਡਿਸੀਜਨ ਲਿਆ ਹੈ ਪੰਜਾਬ ਸਰਕਾਰ ਦਾ। ਬਟ ਜਦੋਂ ਸਾਨੂੰ ਅਪਾਇੰਟਮੈਂਟ ਲਈ ਫੋਨ ਆਏ ਸੀ, ਉਦੋਂ ਤਾਂ ਵੀਸੀ ਸਾਹਿਬ ਤੇ ਜਾਂ ਜਿਹੜੇ ਸਾਡੇ ਬਾਬਾ ਫਰੀਦ ਦੇ ਜਿਹੜੇ ਐਡਮਿਨਿਸਟ੍ਰੇਟਰ ਲੈਵਲ ਤੇ ਉਹਨਾਂ ਤੋਂ ਕਾਲ ਆਈਆਂ ਸੀ, ਸਾਨੂੰ ਪੰਜਾਬ ਸਰਕਾਰ ਨੇ ਕਾਲ ਨਹੀਂ ਸੀ ਕੀਤੀ। ਅੱਜ ਜਿਹੜੇ ਵੀਸੀ ਤੇ ਸਾਡੇ ਐਡਮਿਨਿਸਟ੍ਰੇਟਰ ਲੈਵਲ ਤੇ ਸਾਨੂੰ ਨਕਾਰਿਆ ਜਾ ਰਿਹਾ, ਸਾਡੀ ਜਿਹੜੀ ਮੰਗ ਆ ਉਹਨੂੰ ਦੇਖਿਆ ਹੀ ਨਹੀਂ ਜਾ ਰਿਹਾ, ਕਹਿ ਦਿੱਤਾ ਜਾ ਰਿਹਾ, ਟਾਲ ਦਿੱਤਾ ਜਾ ਰਿਹਾ ਕਿ ਇਹ ਪੰਜਾਬ ਸਰਕਾਰ ਦਾ ਕੰਮ ਹੈ, ਐਸਾ ਉਹਨਾਂ ਦਾ ਕੰਮ ਨਹੀਂ ਹੈ। ਬਟ ਜਦੋਂ ਸਾਨੂੰ ਫੋਨ ਤਾਂ ਉਹਨਾਂ ਨੇ ਹੀ ਕੀਤੇ ਸੀਗੇ ਨਾ, ਤੇ ਜੇਕਰ ਇਹਨਾਂ ਨੂੰ ਲੱਗਦਾ ਕਿ ਇਹ ਪੰਜਾਬ ਸਰਕਾਰ ਦਾ ਕੰਮ ਆ, ਜੇਕਰ ਪੰਜਾਬ ਸਰਕਾਰ ਸਾਡੇ ਇਸ ਸੰਘਰਸ਼ ਨੂੰ ਸੀਰੀਅਸ ਲੈਂਦੀ ਹੈ ਠੀਕ ਹੈ, ਨਹੀਂ ਤੇ ਆਪਾਂ ਇਸ ਤੋਂ ਵੀ ਅੱਗੇ ਜਾਵਾਂਗੇ। ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਹੈਗਾ ਵੀ ਤੁਹਾਨੂੰ ਕੱਢਣ ਵਾਲਾ ਪੰਜਾਬ ਸਰਕਾਰ ਹੈ ਕਿ ਵੀਸੀ ਹੈ? ਸਾਨੂੰ ਪੰਜਾਬ ਸਰਕਾਰ ਹੈ, ਪੰਜਾਬ ਸਰਕਾਰ ਦੋਨਾਂ ਦੀ ਮਿਲੀ ਭੁਗਤ ਹੈ। ਠੀਕ ਹੈ, ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਵੀਸੀ ਪੰਜਾਬ ਸਰਕਾਰ ਤੋਂ ਬਾਹਰ ਆ, ਦੋਨੋਂ ਇਕੱਠੇ ਹੀ ਹੈ। ਇਹ ਬਸ ਸਾਨੂੰ ਇੱਕ ਬੁੱਧੂ ਬਣਾਇਆ ਜਾਂਦਾ ਆਮ ਜਨਤਾ ਨੂੰ ਕਿ ਵੀਸੀ ਅਲੱਗ ਹੈਗਾ ਤੇ ਪੰਜਾਬ ਸਰਕਾਰ ਅਲੱਗ ਹੈ। ਵੀਸੀ ਨੇ ਉਹੀ ਕਰਨਾ ਜੋ ਪੰਜਾਬ ਸਰਕਾਰ ਕਹਿ ਰਹੀ ਹੈ। ਠੀਕ ਹੈ, ਵੀਸੀ ਕੋਲ ਅੱਜ ਚੱਲ ਜੀ, ਉਹ ਸਾਡਾ ਮੰਗ ਪੱਤਰ ਮਾਰਦਾ, ਕਹਿੰਦਾ ਮੈਨੂੰ 7-8 ਕਰੋੜ ਰੁਪਇਆ ਦਿਓ, ਮੈਂ ਤੁਹਾਨੂੰ ਰੱਖ ਲੈਣਾ। ਆਪਾਂ ਤੇ ਅੱਗੇ ਮਿਡਲ ਕਲਾਸ ਤੋਂ ਆਨੇ, ਆਪਾਂ ਕਿੱਥੋਂ 7-8 ਕਰੋੜ ਦੇ ਦਾਂਗੇ? ਨਾਲੇ ਇਹ ਗੱਲਾਂ ਸਾਨੂੰ ਕਹਿਣ ਦੀ ਲੋੜ ਨਹੀਂ, ਇਹਨੂੰ ਇਹ ਆਪਣੀ ਮੰਗ ਪੰਜਾਬ ਸਰਕਾਰ ਤੋਂ ਰੱਖਣੀ ਚਾਹੀਦੀ ਹੈ। ਜੇਕਰ ਇਹਨੂੰ ਆਕਸੀਜਨ ਪਲਾਂਟ ਦੇ ਲਈ ਫੰਡ ਮਿਲ ਸਕਦੇ ਆ ਤੇ ਆਪਣੇ ਨਰਸਿੰਗ ਸਟਾਫ GDA ਸਫਾਈ ਸੇਵਕਾਂ ਵਾਸਤੇ ਕਿਉਂ ਨਹੀਂ ਸੈਲਰੀ ਮਿਲ ਸਕਦੀ? ਜੇਕਰ ਇੱਕ ਰੈਗੂਲਰ ਸਟਾਫ 80-80 ਹਜ਼ਾਰ ਰੁਪਇਆ ਸੈਲਰੀ ਲੈ ਕੇ ਬੈਠਾ ਹੈ ਤੇ ਜੇਕਰ ਸਾਨੂੰ ਦੇ ਦੇਣਗੇ ਤੇ ਕੀ ਹੋਏਗਾ? ਆਪਾਂ ਵੀ ਤੇ ਕੰਮ ਕਰ ਰਹੇ ਹਾਂ, ਆਪਾਂ ਉਹਨਾਂ ਦੇ ਬਰਾਬਰ ਕੰਮ ਕਰ ਰਹੇ ਹਾਂ, ਬਲਕਿ ਵੱਧ ਹੀ ਕਰ ਰਹੇ ਹਾਂ। ਧੰਨਵਾਦ।